Good morning, everybody. I am Sharon. I welcome you all on the official channel of Erudition Studies. ਅੱਜ ਦਾ ਜੋ ਇਹ ਸੈਸ਼ਨ ਹੈ ਇਸ ਦੇ ਵਿੱਚ ਅਸੀਂ ਜੋ ਮਾਡਰਨ ਹਿਸਟਰੀ ਦਾ ਕ੍ਰੈਸ਼ ਕੋਰਸ ਸਟਾਰਟ ਕੀਤਾ ਹੋਇਆ ਉਸੇ ਦਾ ਡੇ 12 ਕਰਾਂਗੇ ਓਕੇ ਔਰ ਇਸ ਦੇ ਵਿੱਚ ਤੁਹਾਨੂੰ ਪਤਾ ਹੈ ਅਸੀਂ ਜੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਐਂਡ ਬ੍ਰਿਟਿਸ਼ ਰੂਲ ਦੇ ਅੰਡਰ ਰਿਫਾਰਮਸ ਨੂੰ ਕਰ ਰਹੇ ਸੀ ਹੈ ਨਾ ਔਰ ਅੱਜ ਜੋ ਅਸੀਂ ਰਿਫਾਰਮਸ ਕਵਰ ਕਰਨੇ ਨੇ ਉਹਨਾਂ ਦੇ ਵਿੱਚ ਅਸੀਂ ਬੈਂਕਿੰਗ ਰਿਫਾਰਮਸ ਕਰਾਂਗੇ ਐਂਡ ਸਿਵਲ ਸਰਵਿਸਿਜ਼ ਰਿਫਾਰਮ ਨੂੰ ਕਵਰ ਕਰਾਂਗੇ ਓਕੇ ਤਾਂ ਸਟਾਰਟ ਕਰਦੇ ਹਾਂ ਫਿਰ ਅੱਜ ਦੇ ਸੈਸ਼ਨ ਨੂੰ PDF ਅਗਰ ਤੁਹਾਨੂੰ ਚਾਹੀਦੀ ਹੋਏਗੀ ਤਾਂ ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਮਿਲ ਜਾਏਗਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉੱਥੇ ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ ਓਕੇ ਤਾਂ ਫਿਰ ਕਰੀਏ ਡਾਇਰੈਕਟਲੀ ਸਟਾਰਟ ਆਲਰਾਈਟ ਹਾਂਜੀ ਦੇਖੋ ਬੈਂਕਿੰਗ ਪਾਲਿਸੀ ਬ੍ਰਿਟਿਸ਼ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਆਈ ਆ ਠੀਕ ਹੈ ਦੇਖੋ ਤੁਹਾਨੂੰ ਨਾ ਇਕਨੋਮਿਕਸ ਦਾ ਮਾਸਟਰ ਵੀਡੀਓਜ਼ ਦਿੱਤੀਆਂ ਹੋਈਆਂ ਮੈਂ 2 ਅਗਰ ਤੁਸੀਂ ਨਹੀਂ ਦੇਖੀਆਂ ਤਾਂ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਬਿਕਾਜ਼ ਉਸ ਦੇ ਵਿੱਚ ਅਸੀਂ ਇਹਨਾਂ ਬੈਂਕਿੰਗ ਪਾਲਿਸੀਜ਼ ਨੂੰ ਬਹੁਤ ਹੀ ਜ਼ਿਆਦਾ ਡਿਟੇਲ ਦੇ ਵਿੱਚ ਕਵਰ ਕੀਤਾ ਹੋਇਆ ਹੈ ਬਿਕਾਜ਼ ਜੋ ਇੰਡੀਆ ਦੇ ਵਿੱਚ ਬੈਂਕਿੰਗ ਦੀਆਂ ਪਾਲਿਸੀਜ਼ ਆਈਆਂ ਬੈਂਕਿੰਗ ਦੀਆਂ ਜਿਹੜੀਆਂ ਰਿਫਾਰਮਸ ਆਈਆਂ ਉਹ ਇਕਨੋਮਿਕਸ ਦੇ ਵਿੱਚ ਜ਼ਿਆਦਾ ਮੈਟਰ ਕਰਦੀਆਂ ਓਕੇ ਤਾਂ ਇਸ ਲਈ ਉੱਥੇ ਡਿਟੇਲ ਹੈ ਅਗਰ ਤੁਸੀਂ ਇੱਥੇ ਗੱਲ ਕਰੋਗੇ ਤਾਂ ਇੱਥੇ ਜਸਟ ਅਸੀਂ ਇੱਕ ਓਵਰਵਿਊ ਲੈਣਾ ਆ ਕਿ ਕਿਸ ਤਰ੍ਹਾਂ ਬ੍ਰਿਟਿਸ਼ ਇੰਡੀਆ ਵਿੱਚ ਨਾ ਸਾਡੇ ਇੱਥੇ ਬੈਂਕਿੰਗ ਦੀਆਂ ਰਿਫਾਰਮਸ ਆਈਆਂ ਕੀ ਕੰਮ ਹੋਏ ਨੇ ਆਲਰਾਈਟ ਇਹਦਾ ਮਤਲਬ ਅਸੀਂ ਇੱਥੇ ਬੈਂਕਿੰਗ ਦੀ ਬਹੁਤ ਜ਼ਿਆਦਾ ਡਿਟੇਲ ਵਿੱਚ ਨਹੀਂ ਜਾਣਾ ਮਾਡਰਨ ਹਿਸਟਰੀ ਦੇ ਪੁਆਇੰਟ ਆਫ ਵਿਊ ਦੇ ਨਾਲ ਹੀ ਇੱਥੇ ਅਸੀਂ ਬੈਂਕਿੰਗ ਨੂੰ ਪੜਾਂਗੇ ਓਕੇ ਠੀਕ ਹੈ ਹੁਣ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਜੋ ਬੈਂਕ ਨੂੰ ਐਸਟੈਬਲਿਸ਼ ਕੀਤਾ ਗਿਆ ਉਸ ਦਾ ਨਾਮ ਸੀ ਬੈਂਕ ਆਫ ਹਿੰਦੁਸਤਾਨ ਠੀਕ ਹੈ ਔਰ ਇਹਨੂੰ ਐਸਟੈਬਲਿਸ਼ ਕੀਤਾ ਕਿਸ ਈਅਰ ਵਿੱਚ ਗਿਆ 1770 ਦੇ ਵਿੱਚ ਐਸਟੈਬਲਿਸ਼ ਕੀਤਾ ਗਿਆ ਔਰ ਇਹਨੂੰ ਅਲੈਗਜ਼ੈਂਡਰ ਐਂਡ ਕੰਪਨੀ ਨੇ ਐਸਟੈਬਲਿਸ਼ ਕੀਤਾ ਸੀ ਆਲਰਾਈਟ ਦੇਖੋ ਐਟ ਦੈਟ ਟਾਈਮ ਨਾ ਇੰਡੀਆ ਦੀ ਜੋ ਕੈਪੀਟਲ ਸੀ that was Calcutta all right so Calcutta ਦੇ ਵਿੱਚ ਹੀ ਇਹ ਵਾਲਾ ਜੋ ਬੈਂਕ ਹੈ ਲੋਕੇਟਡ ਸੀਗਾ at that time right ਅੱਛਾ ਹਾਲਾਂਕਿ ਇਹ ਵਾਲਾ ਬੈਂਕ ਬਹੁਤ ਜ਼ਿਆਦਾ ਅੱਛਾ ਪਰਫਾਰਮ ਨਹੀਂ ਕਰ ਪਾਇਆ ਫੇਲ ਹੋਣ ਕਰਕੇ ਇਹਨੂੰ 1832 ਦੇ ਵਿੱਚ ਯਾਨੀ ਕਿ ਬਹੁਤ ਹੀ ਛੋਟੇ ਜਿਹੇ ਸਪੈਨ ਦੇ ਵਿੱਚ ਹੀ ਨਾ ਸੀਜ਼ ਕਰ ਦਿੱਤਾ ਗਿਆ ਸੀ ਆਲਰਾਈਟ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੁਣ ਬੈਂਕ ਆਫ ਹਿੰਦੁਸਤਾਨ ਦੀ ਤਰਜ਼ ਦੇ ਉੱਪਰ ਨਾ ਇੰਡੀਪੈਂਡੈਂਟ ਇੰਡੀਆ ਤੱਕ ਆਂਦੇ 600 ਤੋਂ ਵੀ ਜ਼ਿਆਦਾ ਬੈਂਕਸ ਰਜਿਸਟਰ ਕੀਤੇ ਗਏ ਤਾਂ ਤੁਸੀਂ ਸੋਚੋਗੇ ਮੈਮ ਅਗਰ 600 ਬੈਂਕ ਰਜਿਸਟਰ ਹੋਏ ਸੀ ਤਾਂ ਐਟ ਪ੍ਰੈਜ਼ੈਂਟ ਤਾਂ ਇੰਨੇ ਬੈਂਕ ਇੰਡੀਆ ਵਿੱਚ ਨਹੀਂ ਹੈ ਬਿਲਕੁਲ ਨਹੀਂ ਹੈ ਇਹਨਾਂ ਵਿੱਚ ਕੀ ਹੋਇਆ ਆ ਬਹੁਤ ਹੀ ਜ਼ਿਆਦਾ ਰੇਅਰ ਹੋਇਆ ਕਿ ਕੁਝ ਸਰਵਾਈਵ ਕਰ ਪਾਏ ਬਾਕੀ ਸਾਰੇ ਜਿਸ ਤਰ੍ਹਾਂ ਬੈਂਕ ਆਫ ਹਿੰਦੁਸਤਾਨ ਨੂੰ ਸੀਜ਼ ਕਰ ਦਿੱਤਾ ਗਿਆ ਫੇਲ ਹੋ ਗਿਆ ਬਾਕੀ ਵੀ ਇਸੇ ਤਰੀਕੇ ਦੇ ਨਾਲ ਫੇਲ ਹੁੰਦੇ ਗਏ ਠੀਕ ਹੈ ਤੇ ਜੇ ਅਸੀਂ ਗੱਲ ਕਰਦੇ ਹਾਂ ਐਗਜ਼ੈਕਟਲੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਤਾਂ ਇਹਨਾਂ ਦੇ ਰੂਲ ਦੇ ਟਾਈਮ ਦੇ ਵਿੱਚ ਨਾ ਟੋਟਲ 3 ਬੈਂਕ ਹੈਗੇ ਨੇ ਜੋ ਕਿ ਇੰਡੀਆ ਦੇ ਵਿੱਚ ਐਸਟੈਬਲਿਸ਼ ਕੀਤੇ ਗਏ ਸੀ ਰਾਈਟ ਇਹਨਾਂ ਦੇ ਨਾਮ ਐਂਡ ਈਅਰ ਆਫ ਐਸਟੈਬਲਿਸ਼ਮੈਂਟ ਬੋਥ ਵਿਲ ਬੀ ਇੰਪੋਰਟੈਂਟ ਫॉर 올 ਆਫ ਯੂ ਰਾਈਟ ਤਾਂ ਇਹਨਾਂ ਨੇ ਲਿਆਂਦਾ ਬੈਂਕ ਆਫ ਬੰਗਾਲ ਜਿਸ ਨੂੰ 1809 ਦੇ ਵਿੱਚ ਐਸਟੈਬਲਿਸ਼ ਕੀਤਾ ਗਿਆ ਬੈਂਕ ਆਫ ਬੰਬੇ 1840 ਦੇ ਵਿੱਚ ਐਸਟੈਬਲਿਸ਼ ਹੋਇਆ ਐਂਡ ਬੈਂਕ ਆਫ ਮੈਡਰਾਸ ਜੋ ਹੈ ਇਸ ਨੂੰ 1843 ਦੇ ਵਿੱਚ ਸੈਟਅਪ ਕੀਤਾ ਗਿਆ ਰਾਈਟ ਓਕੇ ਵੈਸੇ ਤਾਂ ਦੇਖੋ 1786 ਦੇ ਵਿੱਚ ਤੁਸੀਂ ਸ਼ਾਇਦ ਅਗਰ ਹਿਸਟਰੀ ਪਹਿਲਾਂ ਪੜ੍ਹੀ ਹੈ ਤਾਂ 1786 ਦਾ ਤੁਸੀਂ ਇੱਕ ਹੋਰ ਬੈਂਕ ਸੁਣਿਆ ਹੋਣਾ ਹੈ ਦ ਜਨਰਲ ਬੈਂਕ ਆਫ ਇੰਡੀਆ ਰਾਈਟ ਇਸ ਦੇ ਨਾਲ 1881 ਦੇ ਵਿੱਚ ਵੀ ਇੱਕ ਬੈਂਕ ਆਇਆ ਸੀ ਇਸ ਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਇਕਨੋਮਿਕਸ ਦੀ ਵੀਡੀਓ ਦੇ ਵਿੱਚ ਕਵਰ ਕੀਤਾ ਹੋਇਆ ਹੈ ਉਹ ਸੀਗਾ ਔਧ ਬੈਂਕ ਰਾਈਟ ਇਹ ਵੀ ਆਇਆ ਹੋਇਆ ਔਧ ਕਮਰਸ਼ੀਅਲ ਬੈਂਕ ਦਾ ਪ੍ਰੋਪਰ ਨਾਮ ਸੀਗਾ ਬਟ ਅਗਰ ਤੁਸੀਂ ਈਸਟ ਇੰਡੀਆ ਕੰਪਨੀ ਦੀ ਗੱਲ ਕਰੋਗੇ ਤਾਂ ਉਹਨਾਂ ਨੇ 3 ਬੈਂਕ ਹੈਗੇ ਨੇ ਜਿਨ੍ਹਾਂ ਨੂੰ ਕੀ ਫਾਰਮ ਕੀਤਾ ਸੀ ਇੰਡੀਆ ਦੇ ਵਿੱਚ ਆਲਰਾਈਟ ਔਰ ਇਹਨਾਂ ਸਾਰੇ ਬੈਂਕਸ ਨੂੰ ਕੀ ਬੋਲਦੇ ਸੀ ਪ੍ਰੈਸੀਡੈਂਸੀ ਬੈਂਕ ਠੀਕ ਹੈ ਪਹਿਲੇ ਗੱਲ ਕਰ ਰਹੇ ਹਾਂ ਅਸੀਂ ਬੈਂਕ ਆਫ ਬੰਗਾਲ ਦੀ ਤਾਂ ਅਗਰ ਤੁਹਾਡੇ ਕੋਲੋਂ ਪੇਪਰ ਦੇ ਵਿੱਚ ਇਹ ਕੁਐਸਚਨ ਆਉਂਦਾ ਆ ਕਿ ਉਸ ਬੈਂਕ ਦਾ ਨਾਮ ਦੱਸੋ ਜੋ ਕਿ ਇੰਡੀਆ ਦੇ ਵਿੱਚ ਫਸਟ ਪ੍ਰੈਸੀਡੈਂਸੀ ਬੈਂਕ ਸੀ ਤਾਂ ਤੁਹਾਡਾ ਆਨਸਰ ਹੋਣਾ ਚਾਹੀਦਾ ਹੈ ਬੈਂਕ ਆਫ ਬੰਗਾਲ that was established in 1809 alright ਬਾਕੀ ਦੋ ਮੈਂ ਤੁਹਾਨੂੰ ਹੁਣੇ ਦੱਸ ਹੀ ਦਿੱਤੇ ਬੈਂਕ ਆਫ ਬੰਬੇ ਐਂਡ ਬੈਂਕ ਆਫ ਮੈਡਰਾਸ ਰਾਈਟ ਬਾਅਦ ਦੇ ਵਿੱਚ ਕੀ ਹੋਇਆ ਪਹਿਲਾਂ ਤਾਂ ਇਹ ਤਿੰਨੋਂ ਅਲੱਗ-ਅਲੱਗ ਹੀ ਜੋ ਹੈਗੇ ਆ ਪਰਫਾਰਮ ਕਰਦੇ ਸੀ ਓਕੇ ਪਰ ਬਾਅਦ ਦੇ ਵਿੱਚ 1921 ਦੇ ਵਿੱਚ ਨਾ ਇਹਨਾਂ ਤਿੰਨੋਂ ਬੈਂਕਸ ਨੂੰ ਮਰਜ ਕਰ ਦਿੱਤਾ ਗਿਆ
ਜਿਸ ਤਰ੍ਹਾਂ ਕਿ ਸਾਨੂੰ ਪਤਾ ਹੈ ਇਹਨਾਂ ਦਿਨਾਂ ਦੇ ਵਿੱਚ ਵੀ ਕਾਫੀ ਸਾਰੇ ਬੈਂਕਸ ਨੂੰ ਆਪਸ ਦੇ ਵਿੱਚ ਨਾ ਮਰਜ ਕੀਤਾ ਗਿਆ, ਰਾਈਟ। ਐਸੀ ਤਰ੍ਹਾਂ ਹੀ 1921 ਦੇ ਵਿੱਚ ਇਹਨਾਂ ਨੂੰ ਮਰਜ ਕੀਤਾ ਗਿਆ ਔਰ ਇੱਕ ਨਾਮ ਰੱਖ ਦਿੱਤਾ ਗਿਆ, that was ਇੰਪੀਰੀਅਲ ਬੈਂਕ ਆਫ ਇੰਡੀਆ, ਓਕੇ। ਤੇ ਇਹੀ ਇੰਪੀਰੀਅਲ ਬੈਂਕ ਜੋ ਹੈ ਇਹ ਅੱਗੇ ਚੱਲ ਕੇ 1 ਜੁਲਾਈ 1955 ਦੇ ਵਿੱਚ ਨਾ ਨੈਸ਼ਨਲਾਈਜ਼ਡ ਹੋਇਆ, ਓਕੇ। ਔਰ ਫਿਰ ਇਸ ਦਾ ਨਾਮ ਉਦੋਂ ਕੀ ਪੈ ਗਿਆ, ਇਟ ਵਾਸ ਸਟੇਟ ਬੈਂਕ ਆਫ ਇੰਡੀਆ, ਰਾਈਟ, ਜੋ ਕਿ ਐਟ ਪ੍ਰੈਜ਼ੈਂਟ ਸਾਡੇ ਇੰਡੀਆ ਦਾ ਸਭ ਤੋਂ ਲਾਰਜੈਸਟ ਪਬਲਿਕ ਸੈਕਟਰ ਬੈਂਕ ਹੈ, ਠੀਕ ਹੈ। ਹੁਣ ਇੱਥੇ ਤੁਹਾਡੇ ਕੋਲੋਂ ਇੱਕ ਇੰਪੋਰਟੈਂਟ ਕੁਐਸਚਨ ਹੈ ਜੋ ਕਿ ਅਕਸਰ ਪੁੱਛਿਆ ਜਾਂਦਾ ਵੀ ਹੈ ਔਰ ਅੱਗੇ ਵੀ ਪੁੱਛਿਆ ਜਾ ਸਕਦਾ ਹੈ, ਠੀਕ ਹੈ। ਦੈਟ ਕੁਐਸਚਨ ਇਜ਼, ਅਗਰ ਤੁਹਾਡੇ ਕੋਲ ਪੁੱਛਿਆ ਜਾਏ ਕਿ ਉਹ ਕਮੇਟੀ ਕਿਹੜੀ ਹੈ ਜਿਸ ਦੀ ਰეკਮੈਂਡੇਸ਼ਨ ਦੇ ਉੱਪਰ ਸਟੇਟ ਬੈਂਕ ਆਫ ਇੰਡੀਆ ਬਣਾਇਆ ਗਿਆ ਸੀ, ਤਾਂ ਇਹ ਕਮੇਟੀ ਹੋ ਜਾਏਗੀ ਗੋਰੇਵਾਲਾ ਕਮੇਟੀ, ਠੀਕ ਹੈ। ਤਾਂ ਇਸ ਕਮੇਟੀ ਦਾ ਵੀ ਤੁਹਾਨੂੰ ਨਾਮ ਯਾਦ ਰਹਿਣਾ ਚਾਹੀਦਾ ਹੈ, ਓਕੇ। ਇਸ ਤੋਂ ਬਾਅਦ ਇੱਥੇ ਨਾ ਮੈਂ ਤੁਹਾਨੂੰ ਲਿਸਟ ਦਿੱਤੀ ਹੈ ਜਿਨ੍ਹਾਂ ਬੈਂਕਸ ਦੇ ਈਅਰ ਆਫ ਐਸਟੈਬਲਿਸ਼ਮੈਂਟ ਐਂਡ ਨਾਮ, ਇਹ ਦੋਨੋਂ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ, ਠੀਕ ਹੈ। ਤਾਂ ਜੋ ਅਲਾਹਾਬਾਦ ਬੈਂਕ ਹੈ ਇਸ ਨੂੰ 1865 ਦੇ ਵਿੱਚ ਐਸਟੈਬਲਿਸ਼ ਕੀਤਾ ਗਿਆ ਸੀ ਔਰ ਤੁਹਾਨੂੰ ਪਤਾ ਹੈ ਐਟ ਪ੍ਰੈਜ਼ੈਂਟ ਵੀ ਅਲਾਹਾਬਾਦ ਬੈਂਕ ਐਗਜ਼ਿਸਟ ਕਰਦਾ ਆ, ਓਕੇ। ਇਸ ਤੋਂ ਬਾਅਦ PNB ਯਾਨੀ ਕਿ ਪੰਜਾਬ ਨੈਸ਼ਨਲ ਬੈਂਕ, ਇਹ 1894 ਦੇ ਵਿੱਚ ਐਸਟੈਬਲਿਸ਼ ਹੋਇਆ, ਓਕੇ। ਔਰ ਇਹ ਪਹਿਲਾ ਇੰਡੀਅਨ ਬੈਂਕ ਸੀਗਾ ਜੋ ਕਿ ਇੰਡੀਅਨ ਫਰਮ ਵੱਲੋਂ, ਇੰਡੀਅਨ ਪਰਸਨ ਦੇ ਵੱਲੋਂ ਐਸਟੈਬਲਿਸ਼ ਕੀਤਾ ਗਿਆ, ਠੀਕ ਹੈ। ਆਫਟਰ ਦੈਟ ਬੈਂਕ ਆਫ ਇੰਡੀਆ 1906 ਦੇ ਵਿੱਚ ਆਇਆ ਸੀ, ਸੈਂਟਰਲ ਬੈਂਕ ਆਫ ਇੰਡੀਆ 1911 ਦੇ ਵਿੱਚ ਆਇਆ ਸੀ, ਕੈਨਰਾ ਬੈਂਕ 1906 ਦੇ ਵਿੱਚ ਆਇਆ ਸੀ ਐਂਡ BOB ਮਤਲਬ ਬੈਂਕ ਆਫ ਬਰੋਦਾ ਇਹ 1908 ਦੇ ਵਿੱਚ ਆਇਆ ਸੀ, ਰਾਈਟ। ਤਾਂ ਇਹ ਉਹ ਵਾਲੇ ਬੈਂਕ ਹੈ ਜੋ ਐਟ ਪ੍ਰੈਜ਼ੈਂਟ ਵੀ ਇੰਡੀਆ ਦੇ ਵਿੱਚ ਵਰਕ ਕਰਦੇ ਪਏ ਨੇ, ਓਕੇ, ਠੀਕ ਹੈ। ਹੁਣ ਅਸੀਂ ਗੱਲ ਕਰ ਲੈਂਦੇ ਹਾਂ ਸਾਡੇ ਦੇਸ਼ ਦੇ ਸੈਂਟਰਲ ਬੈਂਕ ਦੀ, ਰਾਈਟ। ਸਾਡਾ ਸੈਂਟਰਲ ਬੈਂਕ ਕਿਹੜਾ ਹੈਗਾ ਆ, ਦੈਟ ਇਜ਼ RBI, ਹੈ ਨਾ, ਰਿਜ਼ਰਵ ਬੈਂਕ ਆਫ ਇੰਡੀਆ। ਇਹਨੂੰ ਐਸਟੈਬਲਿਸ਼ ਕੀਤਾ ਗਿਆ ਸੀ ਨਾ, ਤਾਂ ਇਸ ਦੇ ਲਈ ਇੱਕ ਐਕਟ ਲਿਆਂਦਾ ਗਿਆ ਸੀ 1934 ਦੇ ਵਿੱਚ ਜਿਸ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਐਕਟ 1934 ਬੋਲਿਆ ਜਾਂਦਾ ਹੈ, ਠੀਕ ਹੈ। ਇਸੇ ਹੀ ਐਕਟ ਦੀਆਂ ਨੋਰਮਸ ਨੂੰ ਫੋਲੋ ਕਰਦੇ ਹੋਏ 1 ਅਪ੍ਰੈਲ 1935 ਦੇ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਐਸਟੈਬਲਿਸ਼ ਕਰ ਦਿੱਤਾ ਗਿਆ, ਓਕੇ। ਹੁਣ ਇਹ ਕਿਹੜੀ ਕਮੇਟੀ ਦੀਆਂ ਰეკਮੈਂਡੇਸ਼ਨ ਸੀਗੀਆਂ, ਤਾਂ ਇਹ ਸੀਗਾ ਹਿਲਟਨ ਯੰਗ ਕਮਿਸ਼ਨ, ਓਕੇ। ਉਸੇ ਦੀਆਂ ਰეკਮੈਂਡੇਸ਼ਨ ਦੇ ਉੱਪਰ ਇਸ ਬੈਂਕ ਨੂੰ ਐਸਟੈਬਲਿਸ਼ ਕੀਤਾ ਗਿਆ ਔਰ ਇਸੇ ਨੂੰ ਹੀ ਰਾਇਲ ਕਮਿਸ਼ਨ ਵੀ ਬੋਲਦੇ ਆ, ਹਿਲਟਨ ਯੰਗ ਕਮਿਸ਼ਨ ਨੂੰ, ਠੀਕ ਹੈ। ਪੂਰਾ ਨਾਮ ਕੀ ਹੈ, ਰਾਇਲ ਕਮਿਸ਼ਨ ਔਨ ਇੰਡੀਅਨ ਕਰੰਸੀ ਐਂਡ ਫਾਈਨੈਂਸ, ਰਾਈਟ। ਤੇ ਰਿਜ਼ਰਵ ਬੈਂਕ ਆਫ ਇੰਡੀਆ ਨੂੰ 1949 ਵਿੱਚ ਜਾ ਕੇ ਨੈਸ਼ਨਲਾਈਜ਼ ਕਰ ਦਿੱਤਾ ਗਿਆ, ਓਕੇ, ਰਾਈਟ। ਇਸ ਤੋਂ ਬਾਅਦ ਇੱਥੇ ਤੱਕ ਸਾਡੇ ਬੈਂਕਿੰਗ ਜੋ ਹੈ ਕਵਰ ਹੋ ਜਾਂਦੀ ਹੈ ਇਨ ਪੁਆਇੰਟ ਆਫ ਮਾਡਰਨ ਇੰਡੀਆ, ਆਲਰਾਈਟ, ਓਕੇ। ਇਸ ਤੋਂ ਬਾਅਦ ਹੁਣ ਅਸੀਂ ਜੋ ਅਗਲਾ ਟੌਪਿਕ ਕਵਰ ਕਰਨਾ ਹੈ that is civil services development under companies rule, okay। ਇਸ ਦੇ ਵਿੱਚੋਂ ਬਹੁਤ ਸਾਰੇ ਕੁਐਸਚਨਸ ਹੈ ਜੋ ਕਿ ਅਕਸਰ ਹੀ ਪੇਪਰਸ ਦੇ ਵਿੱਚ ਪੁੱਛੇ ਜਾਂਦੇ ਆ, ਇਸ ਲਈ ਇਹਨਾਂ ਨੂੰ ਤੁਸੀਂ ਧਿਆਨ ਨਾਲ ਐਂਡ ਅੱਛੀ ਤਰ੍ਹਾਂ ਸਮਝ ਲੈਣਾ, ਓਕੇ। ਸਭ ਤੋਂ ਪਹਿਲਾ ਐਂਡ ਇੰਪੋਰਟੈਂਟ ਕੁਐਸਚਨ ਬਣਦਾ ਹੈ ਕਿ ਕਿਸ ਨੂੰ ਇੰਡੀਆ ਦੇ ਵਿੱਚ ਸਿਵਲ ਸਰਵਿਸਿਜ਼ ਦਾ ਫਾਦਰ ਬੋਲਿਆ ਜਾਂਦਾ ਹੈ। ਦੇਖੋ ਅਦਰਵਾਈਜ਼ ਅਗਰ ਤੁਸੀਂ ਗੱਲ ਕਰੋਗੇ ਨਾ ਤਾਂ ਇੰਡੀਆ ਦੇ ਵਿੱਚ ਬ੍ਰਿਟਿਸ਼ਰਸ ਤੋਂ ਪਹਿਲਾਂ ਵੀ ਕਾਫੀ ਲੰਬੇ ਟਾਈਮ ਤੋਂ ਸਿਵਲ ਸਰਵਿਸਿਜ਼ ਦਾ ਜਿਹੜਾ ਫਿਨੋਮੀਨਾ ਹੈਗਾ ਇਹ ਆਲਰੇਡੀ ਪ੍ਰੈਜ਼ੈਂਟ ਸੀਗਾ, ਠੀਕ ਹੈ। ਜਿਸ ਤਰ੍ਹਾਂ ਕਿ ਕੌਟਲਿਆ ਦੀ ਜਿਹੜੀ ਬੁੱਕ ਹੈ ਅਰਥ ਸ਼ਾਸਤਰ, ਰਾਈਟ, ਉਸ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਸਿਵਲ ਸਰਵੈਂਟਸ ਦੀ ਲਾਈਕ ਕਿਸ ਤਰ੍ਹਾਂ ਉਹਨਾਂ ਦੀ ਅਪਾਇੰਟਮੈਂਟ ਹੋਣੀ ਹੈ, ਕਿਸ ਤਰ੍ਹਾਂ ਉਹਨਾਂ ਨੂੰ ਸੈਲਰੀਜ਼ ਦਿੰਦੀ ਹੈ, ਕਿਹੜੇ ਕਿਹੜੇ ਉਹਨਾਂ ਦੇ ਕੰਮ ਪਰਫਾਰਮ ਕਰਨੇ ਹੈ, ਇਹ ਸਾਰਾ ਕੁਝ ਉਹਦੇ ਵਿੱਚ ਆਲਰੇਡੀ ਮੈਂਸ਼ਨਡ ਸੀਗਾ। ਸਿਰਫ ਇੰਨਾ ਨਹੀਂ, ਮੌਰਿਆਜ਼ ਦੇ ਟਾਈਮ ਦੇ, ਮੁਗਲਸ ਦੇ ਟਾਈਮ ਤੇ ਵੀ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਸਿਵਲ ਸਰਵੈਂਟ ਜਿਹੜੇ ਹੈਗੇ ਨੇ ਮੌਜੂਦ ਹੁੰਦੇ ਸੀ, ਰਾਈਟ। ਫਿਰ ਤੁਸੀਂ ਸੋਚੋਗੇ ਕਿ ਫਿਰ ਲਾਰਡ ਕਾਰਨਵਾਲਿਸ ਨੂੰ ਹੀ ਫਾਦਰ ਆਫ ਸਿਵਲ ਸਰਵਿਸਿਜ਼ ਇਨ ਇੰਡੀਆ ਕਿਉਂ ਬੋਲਿਆ ਜਾਂਦਾ? ਦੇਖੋ ਇਹਨਾਂ ਨੇ ਨਾ ਬਿਲਕੁਲ ਸਿਸਟਮੈਟਿਕ ਵੇ ਦੇ ਵਿੱਚ ਸਟਾਰਟ ਕੀਤਾ ਸੀਗਾ ਇੰਡੀਆ ਦੇ ਵਿੱਚ ਸਿਵਲ ਸਰਵਿਸਿਜ਼ ਨੂੰ, that is why he is considered as the father of civil services in India, who Lord Cornwallis, all right, ਠੀਕ ਹੈ। ਹੁਣ ਇੱਥੇ ਕੀ ਹੋਇਆ, ਲਾਰਡ ਕਾਰਨਵਾਲਿਸ ਨੇ ਨਾ ਦੋ ਤਰੀਕੇ ਦੇ ਵਿੱਚ ਸਿਵਲ ਸਰਵਿਸਿਜ਼ ਨੂੰ ਡਿਵੈਲਪ ਕੀਤਾ, ਠੀਕ ਹੈ। ਇਹਨੇ ਦੋ ਫਾਰਮੈਟ ਦਿੱਤੇ ਸੀਗੇ, ਆਲ ਰਾਈਟ।
ਤਾਂ ਹੁਣ ਤੁਸੀਂ ਇਹ ਸੋਚੋ ਕਿ ਕਿਹੜੇ ਫਾਰਮੈਟ ਹੈ ਔਰ ਕਿਉਂ ਦਿੱਤੇ ਗਏ। ਤਾਂ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਬਣਦਾ ਹੈ। ਮੈਂ ਤੁਹਾਨੂੰ ਪੋਲਿਟੀ ਦੇ ਲੈਕਚਰ ਦੇ ਵਿੱਚ ਇਸ ਬਾਰੇ ਥੋੜਾ ਜਿਹਾ ਦੱਸਿਆ ਵੀ ਸੀਗਾ। ਇਹ ਦੋਨੋਂ ਫਾਰਮ ਸੀਗੀਆਂ covenanted and uncovenanted civil services, ठीक है। there were two type of civil services at that time, all right। अगर तुसी गल करोगे कि इन्हां दोनों का अलग अलग मतलब की है, तो जे असीं देखदे हां covenanted services ਤਾਂ ਇਹ ਕੀ ਹੁੰਦੀਆਂ ਸੀ, ਇਹਨਾਂ ਨੂੰ ਨਾ ਕੰਪਨੀ ਦੇ ਲਾਅ ਦੇ ਨਾਲ ਕ੍ਰੀਏਟ ਕੀਤਾ ਗਿਆ ਸੀ, ਓਕੇ। ਔਰ ਇਹਦੇ ਵਿੱਚ ਸਾਰੀਆਂ ਹਾਇਰ ਪੋਸਟ ਜਿਹੜੀਆਂ ਹੁੰਦੀਆਂ ਸੀ ਨਾ ਉਹਨਾਂ ਨੂੰ ਇਨਕਲੂਡ ਕੀਤਾ ਜਾਂਦਾ ਸੀਗਾ। ਮਤਲਬ ਇਹ ਹੈ ਕਿ ਇਹਦੇ ਵਿੱਚ ਨਾ ਕੀ ਕਰਦੇ ਸੀ, ਐਕਸਕਲੂਸਿਵਲੀ ਜਿਹੜੇ ਯੂਰੋਪੀਅਨ ਹੁੰਦੇ ਸੀ ਨਾ ਉਹਨਾਂ ਨੂੰ ਹੀ ਆਫਰ ਕੀਤਾ ਜਾਂਦਾ ਸੀ ਕਿ ਤੁਸੀਂ ਇਹਨਾਂ ਸਰਵਿਸਿਜ਼ ਦੇ ਉੱਪਰ ਰਹੋ, ਯਾਨੀ ਕਿ ਹਾਇਰ ਪੋਸਟ ਦੇ ਉੱਪਰ ਇੰਡੀਅਨਸ ਨੂੰ ਅਪਾਇੰਟ ਨਹੀਂ ਕੀਤਾ ਜਾਂਦਾ ਸੀ, ਠੀਕ ਹੈ। ਆਲ ਰਾਈਟ, ਇਸ ਤੋਂ ਬਾਅਦ ਅਗਰ ਅਸੀਂ ਗੱਲ ਕਰਦੇ ਹਾਂ ਇਹਨਾਂ ਦੀ ਸੈਲਰੀਜ਼ ਦੀ, ਤਾਂ ਡੈਫੀਨੇਟਲੀ ਜਿਹੜੇ ਕੋਵੈਨੈਂਟਡ ਸਰਵਿਸ ਦੇ ਵਿੱਚ ਹੁੰਦੇ ਸੀ ਨਾ, ਯਾਨੀ ਯੂਰੋਪੀਅਨਸ ਹੁੰਦੇ ਸੀ, ਉਹਨਾਂ ਨੂੰ ਹਮੇਸ਼ਾ ਹੀ ਜ਼ਿਆਦਾ ਸੈਲਰੀਜ਼ ਦਿੱਤੀਆਂ ਜਾਂਦੀਆਂ ਸੀ ਇਨ ਕੰਪੈਰੀਜ਼ਨ ਟੂ ਇੰਡੀਅਨ ਪਰਸਨਸ, ਆਲ ਰਾਈਟ, ठीक है। इस तो बाद नैक्सट सीगा अनकोवेनेंटेड सर्विसेज। ये सर्विसेज हुंदियां सी नीचे यानी कि लो रैंक दियां, ओके। और इन्हां सीट्स के उपर मोस्टली इंडियंस नूं ही अपॉइंट किया जाता हुंदा सीगा, बट नो डाउट किते किते यह यूरोपीयन भी इहदे ते अपॉइंट कर दिते जांदे सी, बट बहुत घट, ऑलराइट। स्पैशली ये इंडियंस दे लई ही बनाई गई सीगी और इंडियंस नूं यूरोपीयन दियां कोवेनेंटेड सर्विसेज तो काफ़ी घट पे दिते जांदी सी, ओके। इन्ना ही नहीं, इहदे नाल नाल ना ਇਹਨਾਂ ਨੂੰ ਅਪਾਇੰਟ ਕਰਨਾ, ਇਹਨਾਂ ਦੀਆਂ ਸੈਲਰੀਜ਼, ਇਹਨਾਂ ਦੇ ਕੰਮ, ਈਵਨ ਇਹਨਾਂ ਨੂੰ ਕਿਹੜੀ ਜਗ੍ਹਾ ਤੇ ਅਪਾਇੰਟ ਕੀਤਾ ਜਾਏਗਾ, ਹਰ ਇੱਕ ਚੀਜ਼ ਅਲੱਗ-ਅਲੱਗ ਹੁੰਦੀ ਸੀ, ਠੀਕ ਹੈ। ਹੁਣ ਅਸੀਂ ਇਹ ਦੇਖਣਾ ਹੈ ਕਿ ਉਸ ਟਾਈਮ ਦੇ ਉੱਪਰ ਜਿਹੜੇ ਇਹ ਸਿਵਲ ਸਰਵੈਂਟ ਅਪਾਇੰਟ ਕੀਤੇ ਜਾਂਦੇ ਸੀ, ਇਹਨਾਂ ਦਾ ਕ੍ਰਾਈਟੇਰੀਆ ਕੀ ਹੁੰਦਾ ਸੀ, ਕਿਸ ਤਰ੍ਹਾਂ ਅਪਾਇੰਟ ਹੁੰਦੇ ਸੀ। ਤਾਂ ਦੇਖੋ ਉਸ ਟਾਈਮ ਕੀ ਹੁੰਦਾ ਸੀਗਾ, ਕੋਈ ਵੀ ਕੰਪੀਟੀਟਿਵ ਐਗਜ਼ਾਮ नहीं लिया जाता सी, ऑलराइट। हाँ, ये जरूर है कि इन्हां नूं अपॉइंट करन दे वास्ते ना कंपनी दे जिहड़े डायरैक्टर्स हुंदे सीगे उन्हां नूं सारियां पावर्स दित्तियां होईयां सी। इट मीन जिहड़े सिविल सर्वेंट्स हुंदे सी उन्हां नूं कंपनी दे डायरैक्टर अपनी चॉइस दे नाल अपॉइंट करदे सी, अपनी पसंद दे कैंडीडेट नूं अपॉइंट करदे सी, राइट। और इस सिस्टम नूं की बोलिया जांदा सीगा, पैट्रोनेज सिस्टम, ऑलराइट, ठीक है। और इस तो बाद देखो जदों मान लो इन्हां दी अपॉइंटमेंट होगी, फिर इन्हां दी ट्रेनिंग भी होनी है, बिल्कुल होनी है। इन्हां दी ट्रेनिंग हुंदी सी हेलीबरी कॉलेज जो कि लंडन दे विच सीगा, उत्थे, ठीक है। उत्थे जाके पहला बंदा ट्रेनिंग लैके आउंदा सी और फिर वापस वो कैंडीडेट इंडिया दे विच आके और अपनियां सर्विसेज दिंदे सीगे, ऑलराइट, ओके। इस तो बाद देखदे हां अगला पर्सन कौन आएगा जिसने इस दे विच कुछ चेंज लिआंदे है, ठीक है। तो देखो 1854 दे विच की हुंदा आ, लॉर्ड मैकॉले जो कमेटी है इनू बिठाया जाता है, ठीक है। तो ये सजैशन दिंदी है कि सिविल सर्विसेज दे लई ना हुण तक तां तुसीं पैट्रोनेज सिस्टम लैके आए होए हो, राइट। मतलब जिस दे विच तुसीं कोई कॉम्पिटिटिव एग्जाम नहीं लैंदे, है ना, बट हुण पैट्रोनेज सिस्टम नू की करना चाहिए आ, बंद करना चाहिए एंड उहदी जगह के उपर एक मैरिट बेस्ड सिस्टम आना चाहिए, मॉडर्न सिविल सर्विसेज का सिस्टम आना चाहिए जिस दे बेस के उपर सारिਆਂ ਦੇ कॉम्पिटिटिव एग्जाम लए जाने चाहिए ने, ओके, ऑल राइट। तो ये वाला जो प्रोविजन है इन्हू फिर 1853 ਦੇ ਵਿੱਚ ਵੀ ਦਿੱਤਾ ਗਿਆ ਸੀਗਾ, राइट, ओके। उस तो बाद तुसी देखो इस दे नाल ही की होया, इस दे नाल इन्हां ने 1854 ਦੇ ਵਿੱਚ ना लंडन दे विच एक सिविल सर्विसेज कमीशन नू फॉर्म कर दिता, ठीक है। और ਇਹਦੇ ही नाल 1855 तो ਜਿਹੜੇ ਕੰਪੀਟੀਟਿਵ एग्जाम ਹੈਗੇ ਆ ਇਹਨਾਂ ਨੂੰ ਲਿਆਏ ਜਾਣ ਦੀ ਜਿਹੜੀ ਮੰਗ ਹੈਗੀ ਹੈ ਬਹੁਤ ਹੀ ਜ਼ਿਆਦਾ ਉੱਪਰ ਤੱਕ ਚਲੀ ਗਈ ਸੀ, ਉਹਨੂੰ ਮੰਨ ਲਿਆ ਗਿਆ, ਠੀਕ ਹੈ। पर अगर तुसी देखोगे इनिशियली ये वाले एग्जाम किहड़ी जगह ते कंडक्ट हुंदे सी, सिर्फ लंडन दे विच। इसदा मतलब मान लो किसी इंडियन ने एग्जाम देना है तो इंडिया दे विच नहीं परफॉर्म कर सकता, उसदे लई उहनूं लंडन जाना पएगा और उत्थे जाके एग्जाम देना पएगा अगर वो देना चाहता है, ठीक है। और इन्ना ही नहीं, इन्हां ने होर की कीता होया सी, इन्हां ने जिन्ना भी सिलेबस पाया होया सी ना वो सारा दा सारा ब्रिटिश दे फेवर दे विच मोल्ड कीता जांदा सीगा, राइट। ऐदां दे सब्जैक्ट्स, ऐदां दे फिनोमिना उहदे विच पुछे जांदे सी जिहड़े कि इंडियंस नूं स्कूल्स दे विच पढ़ाए ही नहीं जांदे सी, ठीक है। जदों कि यूरोपीयन नूं उहनां दे विच मुहारत हासिल हुंदी सी। ये सारा कुछ क्यों हो रहा? लंडन दे विच एग्जाम, वाई?
ਸਾਰਾ ਦਾ ਸਾਰਾ ਸਿਲੇਬਸ, ਸਾਰਾ ਕੰਪੀਟੀਟਿਵ ਐਗਜ਼ਾਮ ਅਕੋਰਡਿੰਗ ਟੂ ਦ ਸਿਲੇਬਸ ਆਫ ਬ੍ਰਿਟਿਸ਼ਰਸ। ਵਾਈ? ਇਹਦਾ ਕਾਰਨ ਸਿਰਫ ਇੱਕ ਹੀ ਸੀਗਾ, ਉਹ ਨਹੀਂ ਚਾਹੁੰਦੇ ਸੀ ਕਿ ਜਿਹੜੇ ਇੰਡੀਅਨਸ ਹੈਗੇ ਆ ਇਹ ਸਿਵਲ ਸਰਵੈਂਟਸ ਬਣਨ, ਹੈ ਨਾ, ਜ਼ਿਆਦਾ ਇਹ ਯੂਰੋਪੀਅਨਸ ਨੂੰ ਹੀ ਇਹ ਵਾਲੀਆਂ ਸਰਵਿਸਿਜ਼ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਸੀ, ਰਾਈਟ। ਔਰ ਇਹ ਚਾਹੁੰਦੇ ਸੀਗੇ ਕਿ ਘੱਟ ਤੋਂ ਘੱਟ ਇੰਡੀਅਨਸ ਹੋਣ ਜਿਹੜੇ ਕਿ ਇਹਨਾਂ ਸਰਵਿਸਿਜ਼ ਨੂੰ ਕਲੀਅਰ ਕਰਨ, ਓਕੇ। ਪਰ ਫਿਰ ਵੀ ਦੇਖੋ ਇੰਨੇ ਜ਼ਿਆਦਾ ਹਰਡਲ ਦੇ ਬਾਵਜੂਦ ਵੀ 1864 ਦੇ ਵਿੱਚ ਸ਼੍ਰੀ ਸਤਿੰਦਰਨਾਥ ਟੈਗੋਰ, ਜੋ ਕਿ ਰਵਿੰਦਰਨਾਥ ਟੈਗੋਰ ਜੀ ਦੇ ਬ੍ਰਦਰ ਸੀ, ਰਾਈਟ, ਉਹ ਪਹਿਲੇ ਐਦਾਂ ਦੇ ਇੰਡੀਅਨ ਬਣੇ ਸੀਗੇ ਜਿਨ੍ਹਾਂ ਨੇ ਇਸ ਐਗਜ਼ਾਮ ਨੂੰ ਕਲੀਅਰ ਕੀਤਾ ਸੀ, ਓਕੇ। ਉਹਨਾਂ ਤੋਂ ਬਾਅਦ ਵੀ ਕਾਫੀ ਸਾਰੇ ਐਦਾਂ ਦੇ ਇੰਡੀਅਨ ਆਏ ਜਿਨ੍ਹਾਂ ਨੇ ਕਿ ਇਹ ਵਾਲੇ ਐਗਜ਼ਾਮ ਨੂੰ ਕਲੀਅਰ ਕੀਤਾ ਇੰਨੇ ਹਰਡਲਸ ਦੇ ਬਾਵਜੂਦ। ਇਸ ਦਾ ਮਤਲਬ ਕੀ ਹੈ ਕਿ ਉਸ ਟਾਈਮ ਜਿੰਨੀ ਪ੍ਰੋਬਲਮ ਤਾਂ ਅੱਜ ਸਾਨੂੰ ਨਹੀਂ ਹੈ ਨਾ, ਹੈ ਨਾ, ਉਸ ਟਾਈਮ ਜੋ ਐਗਜ਼ਾਮ ਦਾ ਪੈਟਰਨ ਸੀਗਾ ਸਾਨੂੰ ਨਹੀਂ ਮਿਲਿਆ ਹੋਇਆ, ਅਸੀਂ ਇੰਡੀਆ ਦੇ ਪੈਟਰਨ ਦੇ ਉੱਪਰ ਚੱਲ ਰਹੇ ਹਾਂ, ਅਸੀਂ ਇੱਥੇ ਹੀ ਆਪਣੇ ਆਪਣੇ ਸਿਟੀਜ਼ ਦੇ ਵਿੱਚ ਐਗਜ਼ਾਮ ਦੇ ਸਕਦੇ ਹਾਂ। ਇਟ ਮੀਨ ਅਗਰ ਉਸ ਟਾਈਮ ਤੇ ਇੰਡੀਅਨਸ ਇੰਨੀਆਂ ਜ਼ਿਆਦਾ ਪ੍ਰੋਬਲਮਸ ਦੇ ਬਾਵਜੂਦ ਐਗਜ਼ਾਮ ਕਲੀਅਰ ਕਰ ਸਕਦੇ ਸੀ, ਤਾਂ ਤੁਸੀਂ ਵੀ ਸਾਰੇ ਜਿੰਨੀਆਂ ਵੀ ਪ੍ਰੋਬਲਮਸ ਹੈ, ਚਾਹੇ ਫੈਮਿਲੀ ਪ੍ਰੋਬਲਮ ਹੈ, ਜੌਬ ਪ੍ਰੋਬਲਮ ਹੈ, ਐਨੀ ਪ੍ਰੋਬਲਮ, ਹਰ ਇੱਕ ਪ੍ਰੋਬਲਮ ਦੇ ਬਾਵਜੂਦ ਇੰਨੀਆਂ ਤਾਂ ਨਹੀਂ ਜਿੰਨੀਆਂ ਉਸ ਟਾਈਮ ਸੀ, ਰਾਈਟ, ਤਾਂ ਤੁਸੀਂ ਵੀ ਹਰ ਇੱਕ ਹਰਡਲ ਨੂੰ ਕੋਪ ਅਪ ਕਰ ਸਕਦੇ ਹੋ ਔਰ ਐਗਜ਼ਾਮ ਕਲੀਅਰ ਕਰ ਸਕਦੇ ਹੋ ਐਂਡ ਤੁਸੀਂ ਅਗਲੀ ਜੌਬ ਦੇ ਸੀਟ ਦੇ ਉੱਪਰ ਬੈਠੇ ਹੋ ਸਕਦੇ ਹੋ, ਰਾਈਟ। ਇਹ ਸਿਰਫ ਸਾਡੀ ਸੋਚ ਦੇ ਉੱਪਰ ਡਿਪੈਂਡ ਕਰਦਾ ਹੈ ਨਾ, ਓਕੇ। ਹੁਣ ਦੇਖਦੇ ਹਾਂ ਇਸ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਦੇ ਲਈ ਮਿਨੀਮਮ ਏਜ ਰੱਖੀ ਗਈ ਸੀ 18 ਇਅਰਸ ਐਂਡ ਮੈਕਸਿਮਮ ਏਜ ਰੱਖੀ ਗਈ ਸੀਗੀ 23 ਇਅਰਸ, ਰਾਈਟ, ਓਕੇ। ਹੁੰਦਾ ਕੀ ਸੀਗਾ, ਦੇਖੋ ਇੰਡੀਅਨ ਜਿਹੜੇ ਆ ਨਾ ਇਹ ਕੰਟੀਨਿਊਸਲੀ ਡਿਮਾਂਡ ਕਰਦੇ ਰਹੇ ਕਿ ਜਿਹੜਾ ਤੁਸੀਂ ਐਗਜ਼ਾਮ ਕੰਡਕਟ ਕਰਦੇ ਹੋ, ਸਾਨੂੰ ਲੰਡਨ ਵਿੱਚ ਜਾ ਕੇ ਇਹ ਐਗਜ਼ਾਮ ਦੇਣ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ, ਰਾਈਟ, ਤਾਂ ਇਸ ਲਈ ਤੁਸੀਂ ਪਲੀਜ਼ ਇਹਨੂੰ ਇੰਡੀਆ ਦੇ ਵਿੱਚ ਹੀ ਕੰਡਕਟ ਕਰੋ, ਠੀਕ ਹੈ। ਤਾਂ ਪਰ ਕੀ ਕੋਈ ਫਾਇਦਾ ਹੋਇਆ ਹੋਊਗਾ? ਨੋ, ਕੋਈ ਫਾਇਦਾ ਨਹੀਂ ਹੋਇਆ, ਸਿਰਫ ਲੋਕ ਬੋਲਦੇ ਰਹਿ ਗਏ, ਡਿਮਾਂਡਸ ਕਰਦੇ ਰਹਿ ਗਏ, ਬਟ ਓਬਵੀਅਸਲੀ ਕਦੀ ਨਾ ਕਦੀ ਇਹ ਪਿਕਚਰ ਕਲੀਅਰ ਹੋਣੀ ਸੀ, ਹੈ ਨਾ। ਫਿਰ ਕੀ ਹੋਇਆ, ਪਿਕਚਰ ਦੇ ਵਿੱਚ ਆਉਂਦੀ ਹੈ ਜੀ 1885 ਦੇ ਵਿੱਚ ਸਾਡੀ ਇੰਡੀਅਨ ਨੈਸ਼ਨਲ ਕਾਂਗਰਸ, ਰਾਈਟ, ਇਹ ਨਾ ਇੰਡੀਅਨਸ ਦੀ ਆਵਾਜ਼ ਬਣ ਕੇ ਆਉਂਦੀ ਹੈ ਔਰ ਫਿਰ ਇਹਨਾਂ ਨੇ ਓਫੀਸ਼ੀਅਲੀ ਡਿਮਾਂਡ ਕੀਤਾ ਕਿ ਜਿਹੜਾ ਐਗਜ਼ਾਮ ਹੈ ਉਸ ਨੂੰ ਇੰਡੀਆ ਦੇ ਵਿੱਚ ਹੀ ਕੰਡਕਟ ਕਰਵਾਉਣਾ ਚਾਹੀਦਾ ਆ, ਰਾਈਟ। ਔਰ ਪਹਿਲਾਂ ਕੀ ਹੁੰਦਾ ਸੀਗਾ, ਜਦੋਂ 23 ਏਜ ਰੱਖੀ ਗਈ ਸੀ ਨਾ, ਉਸ ਤੋਂ ਬਾਅਦ ਵਿਚਕਾਰ ਜੇ ਆ ਕੇ ਕਾਫੀ ਟਾਈਮ ਤੱਕ ਜਿਹੜੀ ਏਜ ਲਿਮਿਟ ਹੈ ਉਸ ਨੂੰ ਹੋਰ ਘਟਾ ਕੇ 21 ਸਾਲ ਤੱਕ ਕਰ ਦਿੱਤਾ ਗਿਆ ਸੀ, ਠੀਕ ਹੈ। ਤਾਂ ਇਹਨਾਂ ਨੇ ਡਿਮਾਂਡ ਕਰਨਾ ਸਟਾਰਟ ਕੀਤਾ ਕਿ ਦੇਖੋ ਐਡੀ ਛੋਟੀ ਏਜ ਦੇ ਵਿੱਚ ਸਟੱਡੀ ਕਰਕੇ ਸਿਵਲ ਸਰਵਿਸਿਜ਼ ਨੂੰ ਕਲੀਅਰ ਕਰਨਾ, ਔਰ ਉਹ ਵੀ ਕਿਹੜੀਆਂ ਜਿਸ ਦੇ ਵਿੱਚ ਤੁਸੀਂ ਆਪਣੇ ਅਕੋਰਡਿੰਗ ਸਾਰੇ ਕੰਮ ਕਰਦੇ ਹੋ, ਰਾਈਟ, ਆਪਣੇ ਅਕੋਰਡਿੰਗ ਪੇਪਰ ਨੂੰ ਸੈੱਟ ਕਰਦੇ ਹੋ, ਇੰਡੀਅਨਸ ਦੇ ਲਈ ਮੁਸ਼ਕਿਲ ਹੋ ਜਾਂਦਾ ਹੈ, ਓਕੇ। ਇਸ ਲਈ ਉਹਨਾਂ ਨੇ ਇਹ ਵੀ ਰਿਕੁਐਸਟ ਕੀਤਾ, ਇਹ ਵੀ ਮੰਗ ਕੀਤੀ ਕਿ ਤੁਸੀਂ ਏਜ ਨੂੰ ਦੁਬਾਰਾ ਤੋਂ ਵਧਾਓ, ਓਕੇ। ਤਾਂ ਫਿਰ ਇਹਨਾਂ ਚੀਜ਼ਾਂ ਨੂੰ ਦੇਖੋ, ਤੁਹਾਨੂੰ ਪਤਾ ਹੈ ਜਦੋਂ ਕਿ ਪੋਲੀਟੀਕਲ ਪਾਰਟੀ ਡਿਮਾਂਡ ਕਰੇਗੀ ਤਾਂ ਫਿਰ ਉਸ ਨੂੰ ਤਾਂ ਸੁਣਨਾ ਹੀ ਪਏਗਾ, ਚਾਹੇ ਪੇਪਰਸ ਵਿੱਚ ਸੁਣਿਆ ਜਾਏ, ਚਾਹੇ ਫਿਰ ਸਿਰਫ ਦਿਖਾਵਾ ਕਰਨ ਦੇ ਲਈ ਕਿਉਂ ਨਾ ਸੁਣਿਆ ਜਾਏ, ਬਟ ਸੁਣਨਾ ਪੈਂਦਾ ਹੈ, ਰਾਈਟ। ਐਸੇ ਕਰਕੇ ਫਿਰ 1886 ਦੇ ਵਿੱਚ ਕੀ ਹੁੰਦਾ ਹੈ, ਇੱਥੇ ਬਿਠਾਈ ਜਾਂਦੀ ਹੈ ਦੁਬਾਰਾ ਤੋਂ ਇੱਕ ਕਮੇਟੀ, ਠੀਕ ਹੈ, ਜਿਹੜੀ ਕਿ ਇਹਨਾਂ ਸਾਰੀਆਂ ਡਿਮਾਂਡਸ ਨੂੰ ਦੇਖੇਗੀ ਔਰ ਉਹਨਾਂ ਨੂੰ ਪੂਰਾ ਕਰਨਾ ਹੈ ਜਾਂ ਨਹੀਂ ਕਰਨਾ, ਮੰਨਣਾ ਜਾਂ ਨਹੀਂ ਮੰਨਣਾ, ਇਸ ਦੇ ਬਾਰੇ ਦੇ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ, ਰਾਈਟ, ਓਕੇ। ਔਰ ਇਸ ਕਮੇਟੀ ਦਾ ਨਾਮ ਕੀ ਸੀਗਾ, ਐਟਕਿੰਸਨ ਕਮੇਟੀ, ਰਾਈਟ। ਔਰ ਤਾਂ ਲੋਰਡ ਡਫਰੀ ਨੇ ਇਸ ਕਮੇਟੀ ਨੂੰ ਫਾਰਮ ਕੀਤਾ ਸੀਗਾ ਔਰ ਇਸ ਕਮੇਟੀ ਨੇ ਕਾਫੀ ਟਾਈਮ ਆਪਣਾ ਕੰਮ ਕੀਤਾ ਔਰ ਫਿਰ ਆਪਣੀ ਰਿਪੋਰਟ ਦਿੱਤੀ, ਠੀਕ ਹੈ। ਔਰ ਇਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਨਾ ਕਾਫੀ ਸਾਰੇ ਡਿਸੀਜਨਸ ਸੀਗੇ ਜੋ ਕਿ ਇੰਡੀਅਨਸ ਦੇ ਫੇਵਰ ਦੇ ਵਿੱਚ ਲਏ, ਠੀਕ ਹੈ। ਇਹਨਾਂ ਨੇ ਕਿਹਾ ਸਭ ਤੋਂ ਪਹਿਲੀ ਇੰਪੋਰਟੈਂਟ ਚੀਜ਼ ਕਿ ਜਿਹੜੀਆਂ ਤੁਸੀਂ ਕੋਵੀਨੈਂਟਡ ਐਂਡ ਅਨਕੋਵੀਨੈਂਟਡ ਸਰਵਿਸਿਜ਼ ਜੋ ਸਟਾਰਟ ਕੀਤੀਆਂ ਹੋਈਆਂ ਨਾ, ਇਹਨਾਂ ਦੀ ਜਗ੍ਹਾ ਦੇ ਉੱਪਰ 3 ਟਾਈਪ ਦੀਆਂ ਸਰਵਿਸਿਜ਼ ਨੂੰ ਫਾਰਮ ਕਰਨਾ ਚਾਹੀਦਾ ਹੈ, ਇੰਪੀਰੀਅਲ ਸਰਵਿਸਿਜ਼, ਪ੍ਰੋਵਿੰਸ਼ੀਅਲ ਸਰਵਿਸਿਜ਼ ਐਂਡ ਸਬਆਰਡੀਨੇਟ ਸਰਵਿਸਿਜ਼, ਠੀਕ ਹੈ। ਤਾਂ ਇੰਪੀਰੀਅਲ ਸਰਵਿਸਿਜ਼ ਦੀ ਅਗਰ ਤੁਸੀਂ ਗੱਲ ਕਰੋਗੇ, ਇੱਥੇ ਸਿਰਫ ਨਾਮ ਚੇਂਜ ਹੋ ਰਿਹਾ ਹੈ, ਠੀਕ ਹੈ। ਇੰਪੀਰੀਅਲ ਸਰਵਿਸਿਜ਼ ਉਹੀ ਵਾਲੀਆਂ ਸਰਵਿਸਿਜ਼ ਸੀਗੀਆਂ ਜਿਹੜੀਆਂ ਕਿ ਪਹਿਲਾਂ ਕੋਵੀਨੈਂਟੀ ਦੇ ਅੰਡਰ ਆਉਂਦੀਆਂ ਸੀ, ਠੀਕ ਹੈ। ਔਰ ਇਹਦੇ ਵਿੱਚ ਮੈਕਸਿਮਮ ਯੂਰੋਪੀਅਨ ਕੈਂਡੀਡੇਟਸ ਨੂੰ ਰਿਕਰੂਟ ਕੀਤਾ ਜਾਂਦਾ ਸੀ, ਰਾਈਟ, ਓਕੇ। ਹੁਣ ਇਸ ਤੋਂ ਬਾਅਦ ਇਹਨਾਂ ਨੇ ਬੋਲਿਆ ਕਿ ਜਿਹੜੀ ਐਗਜ਼ਾਮ ਦੀ ਮਿਨੀਮਮ ਏਜ ਹੈ 19 ਹੋਣੀ ਚਾਹੀਦੀ ਹੈ ਔਰ ਮੈਕਸਿਮਮ ਏਜ 23 ਹੋਣੀ ਚਾਹੀਦੀ ਹੈ, ਓਕੇ।
ਤੇ ਐਸ ਕਮਿਸ਼ਨ ਦੀਆਂ ਸਾਰੀਆਂ ਹੀ ਜਿਹੜੀਆਂ ਰეკਮੈਂਡੇਸ਼ਨਸ ਹੈ ਉਹਨਾਂ ਨੂੰ ਮੰਨ ਲਿਆ ਗਿਆ ਸੀਗਾ, ਹੈ ਨਾ। ਤੇ ਇਹਦਾ ਫਿਰ ਨਤੀਜਾ ਦੇਖਣ ਨੂੰ ਮਿਲੇਗਾ ਸਾਨੂੰ ਜਦੋਂ ਆਉਣ ਵਾਲੇ ਟਾਈਮ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਐਕਟ 1919 ਆਊਗਾ, ਠੀਕ ਹੈ, ਕਿਉਂਕਿ ਉਸ ਟਾਈਮ ਦੇ ਵਿੱਚ ਪਬਲਿਕ ਸਰਵਿਸ ਕਮਿਸ਼ਨ ਨੂੰ ਫਾਰਮ ਕਰਨ ਦੀ ਗੱਲ ਕਹੀ ਗਈ ਜੋ ਕਿ ਇੰਡੀਆ ਦੇ ਵਿੱਚ ਐਗਜ਼ਾਮਸ ਕੰਡਕਟ ਕਰਵਾਏਗਾ। ਮੀਨ ਲੰਡਨ ਦੇ ਨਾਲ ਨਾਲ ਜਿਹੜਾ ਐਗਜ਼ਾਮ ਹੈ ਇਹ ਇੰਡੀਆ ਦੇ ਵਿੱਚ ਵੀ ਕੰਡਕਟ ਹੋਣਾ ਸਟਾਰਟ ਹੋਊਗਾ। ਓਕੇ ਰਾਈਟ। ਇਸ ਤੋਂ ਬਾਅਦ ਹੁਣ 1912 ਤੇ ਅਸੀਂ ਪਹੁੰਚ ਗਏ ਹਾਂ। 1912 ਦੇ ਵਿੱਚ ਫਿਰ ਇੱਕ ਕਮਿਸ਼ਨ ਆਇਆ, ਇਸ ਦਾ ਨਾਮ ਸੀਗਾ ਇਸਲਿੰਗਟਨ ਕਮਿਸ਼ਨ। ਓਕੇ, ਔਰ ਇਹਦੇ ਚੇਅਰਮੈਨ ਕੌਣ ਸੀਗੇ? ਲੋਰਡ ਇਸਲਿੰਗਟਨ। ਆਲਰਾਈਟ, ਠੀਕ ਹੈ। ਇਹਨੇ ਇੰਡੀਅਨ ਦੇ ਲਈ ਹਾਇਰ ਪੋਸਟ ਦੇ ਉੱਪਰ ਸੀਟਸ ਨੂੰ ਵਧਾ ਦਿੱਤਾ। ਓਕੇ, ਇਹਨੇ ਬਹੁਤ ਅੱਛਾ ਕੰਮ ਕੀਤਾ। ਇਹਨੂੰ ਲੱਗਿਆ ਕਿ ਜਿਹੜੀਆਂ ਉੱਪਰ ਇੰਪੀਰੀਅਲ ਵਾਲੀਆਂ ਪੋਸਟ ਹੈ, ਹਾਇਰ ਪੋਸਟ ਹੈ, ਇਸ ਦੇ ਉੱਪਰ ਇੰਡੀਅਨਸ ਨੂੰ ਨਾ ਕੁਝ ਕੋਟਾ ਅੱਛਾ ਮਿਲਣਾ ਚਾਹੀਦਾ ਹੈ, ਠੀਕ ਹੈ। ਤਾਂ ਇਹਨਾਂ ਨੇ ਕੀ ਬੋਲਿਆ 25% ਆਫ ਇੰਪੀਰੀਅਲ ਸਰਵਿਸਿਜ਼ ਦੀਆਂ ਜੋ ਸੀਟਸ ਹੈਗੀਆਂ ਨਾ, ਯਾਨੀ ਹਾਇਰ ਸੀਟਸ ਹੈ, ਇਹ ਕਿੰਨਾਂ ਨੂੰ ਮਿਲਣੀਆਂ ਚਾਹੀਦੀਆਂ? ਇਹ ਇੰਡੀਅਨਸ ਨੂੰ ਦੇ ਦੇਣੀਆਂ ਚਾਹੀਦੀਆਂ, ਠੀਕ ਹੈ। ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜਿਹੜੀਆਂ ਹਾਇਰ ਪੋਸਟ ਹੈ ਇਹਨਾਂ ਦੀ ਰਿਕਰੂਟਮੈਂਟ ਪਾਰਸ਼ਲੀ ਇੰਡੀਆ ਦੇ ਵਿੱਚ ਹੋਣੀ ਚਾਹੀਦੀ ਹੈ ਔਰ ਪਾਰਸ਼ਲੀ ਇਹ ਇੰਗਲੈਂਡ ਦੇ ਵਿੱਚ ਹੋਣੀ ਚਾਹੀਦੀ ਹੈ, ਠੀਕ ਹੈ। ਔਰ ਐਸ ਕਮਿਸ਼ਨ ਦਾ ਨਤੀਜਾ ਕੀ ਨਿਕਲਿਆ? ਪਹਿਲੀ ਵਾਰ 1922 ਦੇ ਵਿੱਚ ਨਾ ਲੰਡਨ ਦੇ ਨਾਲ ਨਾਲ ਸਿਵਲ ਸਰਵਿਸਿਜ਼ ਐਗਜ਼ਾਮ ਇੰਡੀਆ ਦੇ ਵਿੱਚ ਵੀ ਕੰਡਕਟ ਕਰਵਾਇਆ ਗਿਆ, ਠੀਕ ਹੈ। ਕਿਹੜੀ ਜਗ੍ਹਾ ਤੇ? ਅਲਾਹਾਬਾਦ ਦੇ ਵਿੱਚ। ਔਰ ਇੰਡੀਆ ਦੇ ਵਿੱਚ ਜਿਹੜੇ ਇਹ ਐਗਜ਼ਾਮ ਹੈਗੇ ਆ ਇਹਨਾਂ ਨੂੰ ਕੰਡਕਟ ਕਰਨ ਦੇ ਲਈ ਫੈਡਰਲ ਪਬਲਿਕ ਸਰਵਿਸ ਕਮਿਸ਼ਨ ਜੋ ਹੈ ਇਸ ਨੂੰ ਸੈਟਅਪ ਕੀਤਾ ਗਿਆ। ਤੇ ਲੰਡਨ ਦੇ ਵਿੱਚ ਇਹੀ ਐਗਜ਼ਾਮ ਕੌਣ ਲੈਂਦਾ ਸੀਗਾ? ਸਿਵਲ ਸਰਵਿਸਿਜ਼ ਕਮਿਸ਼ਨ। ਆਲਰਾਈਟ, ਠੀਕ ਹੈ। ਹੁਣ ਇਸ ਤੋਂ ਬਾਅਦ ਆ ਜਾਂਦਾ ਹੈ 1924 ਦਾ ਟਾਈਮ। 1924 ਦੇ ਵਿੱਚ ਲੀ ਕਮਿਸ਼ਨ ਬਿਠਾਇਆ ਗਿਆ ਸੀਗਾ ਔਰ ਐਸੇ ਨੇ ਹੀ ਰეკਮੈਂਡ ਕੀਤਾ ਸੀਗਾ, ਜਿਸ ਦੇ ਬਾਰੇ ਅਸੀਂ ਥੋੜੀ ਦੇਰ ਪਹਿਲਾਂ ਗੱਲ ਕੀਤੀ, ਕਿ ਇੱਕ ਪਬਲਿਕ ਸਰਵਿਸ ਕਮਿਸ਼ਨ ਨੂੰ ਸੈਟਅਪ ਕਰਨਾ ਚਾਹੀਦਾ ਹੈ। ਓਕੇ, ਔਰ ਜੋ ਜਲਦੀ ਹੀ ਫੇਰ 1 ਅਕਤੂਬਰ 1926 ਨੂੰ ਸੈਟਅਪ ਕਰ ਵੀ ਦਿੱਤਾ ਗਿਆ। ਔਰ ਇਹਦੇ ਜਿਹੜੇ ਚੇਅਰਮੈਨ ਹੈ ਉਹ ਕਿਹਨਾਂ ਨੂੰ ਬਣਾਇਆ ਗਿਆ? ਸਰ ਰੋਸ ਬਾਰਕਰ ਨੂੰ ਇਸ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ। ਰਾਈਟ, ਓਕੇ। ਹੁਣ ਇਸ ਤੋਂ ਬਾਅਦ 1935 ਦਾ ਗਵਰਨਮੈਂਟ ਆਫ ਇੰਡੀਆ ਐਕਟ ਆਂਦਾ ਹੈ, ਜਿਸ ਦੇ ਬੇਸ ਦੇ ਉੱਪਰ ਸਾਡਾ ਅੱਧੇ ਨਾਲੋਂ ਜ਼ਿਆਦਾ ਕਨਸਟੀਟਿਊਸ਼ਨ ਵੀ ਬਾਅਦ ਦੇ ਵਿੱਚ ਬਿਲਡ ਕੀਤਾ ਗਿਆ, ਠੀਕ ਹੈ। ਤਾਂ 1935 ਦੇ ਐਕਟ ਦੇ ਵਿੱਚ ਸਿਵਲ ਸਰਵਿਸਿਜ਼ ਦੇ ਲਈ ਕੀ ਆਇਆ? ਤਾਂ 1935 ਦੇ ਵਿੱਚ ਜੋ ਐਕਟ ਆਇਆ, ਪਹਿਲਾਂ ਹੀ ਅਸੀਂ ਪੜ੍ਹਿਆ ਨਾ ਕਿ ਇੰਡੀਆ ਦੇ ਵਿੱਚ ਇੱਕ ਪਬਲਿਕ ਸਰਵਿਸ ਕਮਿਸ਼ਨ ਬਣਿਆ ਸੀ, ਜਸਟ ਹੁਣੇ ਪੜ੍ਹਿਆ। ਰਾਈਟ, ਕਦੋਂ ਬਣਿਆ ਸੀਗਾ? 1926 ਦੇ ਵਿੱਚ ਬਣਿਆ, ਹੈ ਨਾ। ਕਿਸ ਦੀ ਰეკਮੈਂਡੇਸ਼ਨ ਦੇ ਉੱਪਰ ਬਣਿਆ ਸੀ? ਲੀ ਕਮਿਸ਼ਨ ਦੀ ਰეკਮੈਂਡੇਸ਼ਨ ਦੇ ਉੱਪਰ ਬਣਿਆ। ਰਾਈਟ, ਤੇ ਹੁਣ ਕੀ ਹੋਇਆ? ਹੁਣ 1935 ਦੇ ਵਿੱਚ ਨਾ ਬੋਥ ਲੈਵਲਸ, ਮਤਲਬ ਫੈਡਰਲ ਲੈਵਲ ਐਂਡ ਪ੍ਰੋਵਿੰਸ਼ੀਅਲ ਲੈਵਲ, ਦੋਨਾਂ ਦੇ ਲੈਵਲ ਦੇ ਉੱਪਰ ਹੀ ਪਬਲਿਕ ਸਰਵਿਸ ਕਮਿਸ਼ਨ ਨੂੰ ਸੈਟਅਪ ਕਰ ਦਿੱਤਾ ਗਿਆ। ਓਕੇ, ਫਿਰ ਅਸੀਂ ਦੇਖਾਂਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕਦਮ ਕੀ ਹੋਣਾ ਸਟਾਰਟ ਹੋ ਜਾਏਗਾ, ਇੰਡੀਅਨਸ ਨੂੰ ਬਹੁਤ ਜ਼ਿਆਦਾ ਵੱਡੇ ਸਕੇਲ ਦੇ ਉੱਪਰ ਇੱਥੇ ਜੌਬਸ ਮਿਲਣ ਲੱਗ ਜਾਣਗੀਆਂ, ਯਾਨੀ ਕਿ ਇੰਪੀਰੀਅਲ ਐਂਡ ਸਿਵਲ ਸਰਵਿਸਿਜ਼ ਦੀਆਂ ਅੱਛੀਆਂ ਪੋਸਟ ਦੇ ਉੱਪਰ ਇੰਡੀਅਨਸ ਐਸ ਐਗਜ਼ਾਮ ਨੂੰ ਜ਼ਿਆਦਾ ਕਲੀਅਰ ਕਰਨ ਲੱਗ ਜਾਣਗੇ। ਇਹ ਜਿਹੜਾ ਨਤੀਜਾ ਹੈ ਕਿਸ ਦਾ ਹੋਇਆ? ਜਿੰਨਾ ਕੁਝ ਵੀ ਅਸੀਂ ਹੁਣ ਤੱਕ ਪੜ੍ਹਿਆ ਕਿ ਕਿਸ ਤਰ੍ਹਾਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਹਨਾਂ ਨੇ ਫਾਈਟ ਕੀਤਾ, ਹੈ ਨਾ। ਔਰ ਉਸ ਦੇ ਬੇਸ ਦੇ ਉੱਪਰ ਫਿਰ ਜੋ ਅੱਜ ਅਸੀਂ ਬੜੇ ਆਰਾਮ ਨਾਲ ਬੈਠ ਕੇ UPSC IAS ਦੇ ਐਗਜ਼ਾਮ ਦਿੰਦੇ ਆ, ਹੈ ਨਾ, ICS ਦੇ ਐਗਜ਼ਾਮ ਦਿੰਦੇ ਆ, ਇਹ ਸਾਰੇ ਐਗਜ਼ਾਮ ਉਸ ਟਾਈਮ ਦੇ ਇੰਨੇ ਲੰਬੇ ਜਦੋਜਹਿਦ ਤੋਂ ਬਾਅਦ ਸਾਨੂੰ ਇੰਡੀਆ ਦੇ ਵਿੱਚ ਮਿਲਣੇ ਸਟਾਰਟ ਹੋਏ, ਠੀਕ ਹੈ। ਤਾਂ ਇੱਥੇ ਤੱਕ ਹੁਣ ਅਸੀਂ ਅੱਜ ਕੀ ਕੀਤਾ? ਅੱਜ ਅਸੀਂ ਬੈਂਕਿੰਗ ਐਂਡ ਸਿਵਲ ਸਰਵਿਸਿਜ਼ ਰਿਫਾਰਮਸ ਕਰ ਚੁੱਕੇ ਹਾਂ ਇੰਡੀਆ ਦੇ ਵਿੱਚ, ਹੈ ਨਾ। ਅਗਲਾ ਲੈਕਚਰ ਤੁਹਾਨੂੰ ਜਲਦੀ ਹੀ ਮਿਲੇਗਾ ਪੋਲੀਟੀਕਲ ਸਾਇੰਸ ਦਾ। ਆਲਰਾਈਟ, ਐਂਡ ਯੈਸ, ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲੈਣਾ। ਆਈ ਹੋਪ ਕਿ ਅੱਜ ਦਾ ਜੋ ਸੈਸ਼ਨ ਹੈ ਇਸ ਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਨਿਊ ਜ਼ਰੂਰ ਸਿੱਖਣ ਨੂੰ ਮਿਲਿਆ ਹੋਏਗਾ। ਰਾਈਟ, ਥੈਂਕ ਯੂ ਸੋ ਮਚ ਫॉर ਗਿਵਿੰਗ ਯੂਰ ਪ੍ਰੀਸ਼ੀਅਸ ਟਾਈਮ ਟੂ ਮੀ। ਐਂਡ ਯੈਸ, ਇੱਕ ਤੁਹਾਨੂੰ ਮੈਂ ਦੱਸ ਦਿਆਂ ਕਿ ਪਰਸੋਂ ਕੱਲ ਯਾਨੀ ਸੰਡੇ ਨੂੰ ਤੁਹਾਨੂੰ ਇੱਕ ਲਾਈਵ ਸੈਸ਼ਨ ਮਿਲੂਗਾ, ਠੀਕ ਹੈ। ਉਹ ਲਾਈਵ ਸੈਸ਼ਨ ਰਾਤ ਨੂੰ 8 ਵਜੇ ਸਟਾਰਟ ਹੋਣਾ ਆ। ਕਿੰਨੇ ਵਜੇ ਤੱਕ ਚੱਲੇਗਾ ਪਤਾ ਨਹੀਂ ਹੈ, ਬਟ 8 PM ਔਨਵਰਡ, ਠੀਕ ਹੈ। 3 ਦਿਨ ਤੱਕ ਤੁਹਾਨੂੰ ਡੈਮੋ ਕਲਾਸਿਸ ਮਿਲਣਗੀਆਂ, ਜਿਸ ਦੇ ਵਿੱਚ ਅਸੀਂ PCS ਦੇ ਜੋ ਇੰਸਪੈਕਟਰ ਦੇ ਐਗਜ਼ਾਮਸ ਆਏ ਆ 350 ਦੀ ਅਪਰੋਕਸੀਮੇਟਲੀ ਜਿਹੜੀਆਂ ਵੈਕੈਂਸੀਜ਼ ਆ ਉਹ। ਆਫਟਰ ਦੈਟ
ਉਸ ਦੇ ਵਿੱਚ ਪ੍ਰਿੰਸੀਪਲ ਦੀਆਂ ਵੈਕੈਂਸੀਜ਼ ਦੇ ਲਈ ਐਂਡ PSSB ਦੇ ਲਈ ਨਾ ਇਹ ਤੁਹਾਨੂੰ ਡੈਮੋ ਕਲਾਸਿਸ ਮਿਲਣ ਵਾਲੀਆਂ, ਠੀਕ ਹੈ। ਔਰ ਇਹ ਡੈਮੋ ਕਲਾਸਿਸ ਹਰ ਉਸ ਐਗਜ਼ਾਮ ਦੇ ਲਈ ਇੰਪੋਰਟੈਂਟ ਹੈ ਜਿਸ ਨੂੰ ਕਿ ਜਨਰਲ ਸਟੱਡੀਜ਼ ਦੇ ਨਾਲ ਰਿਲੇਟ ਕੀਤਾ ਗਿਆ, ਜਿਸ ਨੂੰ ਕਰੰਟ ਅਫੇਅਰ ਦੇ ਨਾਲ ਰਿਲੇਟ ਕੀਤਾ ਗਿਆ, ਠੀਕ ਹੈ। ਤਾਂ ਤੁਸੀਂ ਇਸ ਨੂੰ ਜ਼ਰੂਰ ਜੁਆਇਨ ਕਰਨਾ ਕੱਲ ਰਾਤ ਨੂੰ 8 ਵਜੇ, ਠੀਕ ਹੈ। ਤੇ ਇਹਨਾਂ ਡੈਮੋ ਕਲਾਸਿਸ ਦੇ ਨਾਲ ਤੁਹਾਨੂੰ ਸਮਝ ਆ ਜਾਏਗਾ ਕਿ ਜੋ ਅਸੀਂ ਨਿਊ ਕੋਰਸ ਲਾਂਚ ਕਰਨ ਵਾਲੇ ਹਾਂ ਉਸ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੀ ਨੌਲੇਜ ਮਿਲਣੀ ਹੈ, ਓਕੇ। ਤਾਂ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਜਾਂ ਐਰੀਡੀਸ਼ਨ ਸਟੱਡੀਜ਼ ਦੇ ਚੈਨਲ ਦੇ ਉੱਪਰ ਜਾ ਕੇ ਉੱਥੇ ਰਿਮਾਈਂਡਰ ਸੈੱਟ ਕਰ ਸਕਦੇ ਹੋ ਕੱਲ ਦੀ ਲਾਈਵ ਕਲਾਸ ਦਾ, ਐਂਡ ਮੈਕਸਿਮਮ ਇਸ ਨੂੰ ਸ਼ੇਅਰ ਵੀ ਕਰਨਾ ਸੋ ਦੈਟ ਕਿ ਸਾਰੇ ਸਟੂਡੈਂਟਸ ਇਸ ਦਾ ਫਾਇਦਾ ਉਠਾ ਸਕਣ, ਠੀਕ ਹੈ। ਥੈਂਕ ਯੂ ਸੋ ਮਚ, ਹੈਵ ਅ ਨਾਈਸ ਟਾਈਮ, ਬਾਏ ਬਾਏ।